Hello everyone, welcome you all in your own channel Learn Everything। ਨੈਕਸਟ ਜੋ ਅਸੀਂ ਟੌਪਿਕ ਕਰਨ ਜਾ ਰਹੇ ਹਾਂ ਪੋਲਿਟੀ ਦਾ, ਦੈਟ ਇਜ਼ ਸਟੇਟ ਗਵਰਨਮੈਂਟ। ਠੀਕ ਹੈ, ਇਹ ਵੀ ਜੋ ਈਟੀਟੀ ਦਾ ਹੁਣ ਪੇਪਰ ਹੋਣ ਵਾਲਾ ਉਹਦੇ ਵਿੱਚ ਇਹ ਵਾਲਾ ਸਿਲੇਬਸ ਦੇ ਵਿੱਚ ਇਹ ਵਾਲਾ ਟੌਪਿਕ ਵੀ ਇਨਕਲੂਡਡ ਹੈਗਾ। ਸੋ 10th ਲੈਵਲ ਤੱਕ ਹੀ ਆ, ਫਿਰ ਉਸ ਲੈਵਲ ਦਾ ਹੀ ਆਪਾਂ ਕਰਾਂਗੇ। ਠੀਕ ਹੈ, ਸੋ ਸ਼ੁਰੂ ਕਰਦੇ ਹਾਂ ਜੀ। ਇੰਪੋਰਟੈਂਟ ਕੁਐਸਚਨ ਪਹਿਲਾ ਹੈਗਾ ਜੀ, ਰਾਜ ਵਿਧਾਨ ਮੰਡਲ ਦੇ ਕਿੰਨੇ ਸਦਨ ਹੁੰਦੇ ਹਨ? ਦੇਖੋ, ਰਾਜ ਜੋ ਵਿਧਾਨ ਮੰਡਲ ਹੈ ਉਹਦੇ 2 ਸਦਨ ਹੁੰਦੇ, ਇੱਕ ਨੂੰ ਅਸੀਂ ਕਹਿੰਦੇ ਵਿਧਾਨ ਸਭਾ ਤੇ ਇੱਕ ਹੁੰਦੀ ਵਿਧਾਨ ਪਰਿਸ਼ਦ, ਮਤਲਬ ਇੱਕ ਲੈਜਿਸਲੇਟਿਵ ਅਸੈਂਬਲੀ ਐਂਡ ਇੱਕ ਲੈਜਿਸਲੇਟਿਵ ਕਾਉਂਸਲ। ਕਲੀਅਰ? ਸੋ ਰਾਜ ਵਿਧਾਨ ਮੰਡਲ ਦੇ ਕਿੰਨੇ ਸਦਨ ਹੁੰਦੇ ਆ? 2, ਵਿਧਾਨ ਸਭਾ ਤੇ ਵਿਧਾਨ ਪਰਿਸ਼ਦ। ਉਸ ਤੋਂ ਬਾਅਦ ਹੈਗਾ ਕਿ ਰਾਜ ਵਿਧਾਨ ਸਭਾ, ਪਹਿਲਾਂ ਸਭ ਤੋਂ ਗੱਲ ਹੈਗੀ ਵਿਧਾਨ ਸਭਾ, ਉਹਦੇ ਮੈਂਬਰ ਬਣਨ ਲਈ ਕੀ ਯੋਗਤਾ ਆ? ਪਹਿਲਾਂ ਤਾਂ ਭਾਰਤ ਦਾ ਨਾਗਰਿਕ ਹੋਵੇ, ਉਮਰ ਘੱਟੋ ਘੱਟ ਉਹਦੀ 25 ਸਾਲ ਹੋਵੇ, ਪਾਗਲ ਜਾਂ ਦਿਵਾਲੀਆ ਨਾ ਹੋਵੇ, ਕੇਂਦਰ ਸਰਕਾਰ ਜਾਂ ਰਾਜ ਸਰਕਾਰ ਦੇ ਕਿਸੇ ਲਾਹੇਵੰਦ ਅਹੁਦੇ ਉੱਤੇ ਨਾ ਹੋਵੇ। ਠੀਕ ਹੈ, ਮਤਲਬ ਕਿਸੇ ਹੋਰ ਅਹੁਦੇ ਉੱਤੇ ਨਾ ਹੋਵੇ। ਠੀਕ ਹੈ, ਉਸ ਤੋਂ ਬਾਅਦ ਹੈ ਜੀ ਇਸ ਦੇ ਘੱਟ ਤੋਂ ਘੱਟ ਤੇ ਵੱਧ ਤੋਂ ਵੱਧ ਕਿੰਨੇ ਮੈਂਬਰ ਹੋ ਸਕਦੇ ਆ? ਦੇਖੋ, ਵਿਧਾਨ ਸਭਾ ਦੇ ਜਿਹੜੇ ਮੈਂਬਰ ਆ ਨਾ, ਉਹਨਾਂ ਦੀ ਸੰਖਿਆ ਰਾਜ ਦੀ, ਉਸ ਰਾਜ ਦੀ ਜਨਸੰਖਿਆ ਦੇ ਅਨੁਸਾਰ, ਮਤਲਬ ਉਸ ਸਟੇਟ ਦੀ ਕਿੰਨੀ ਪੋਪੂਲੇਸ਼ਨ ਆ ਉਹਦੇ ਅਕੋਰਡਿੰਗ ਨਿਯੁਕਤ ਕੀਤੀ ਜਾਂਦੀ ਹੈ। ਠੀਕ ਹੈ, ਸੋ ਮੂਲ ਸੰਵਿਧਾਨ ਦੇ ਅਨੁਸਾਰ ਜਿਹੜੀ ਰਾਜ ਦੀ ਵਿਧਾਨ ਸਭਾ ਉਹਦੇ ਵੱਧ ਤੋਂ ਵੱਧ ਜਿਹੜੇ ਆ 500 ਤੇ ਘੱਟ ਤੋਂ ਘੱਟ 60 ਮੈਂਬਰ ਹੋ ਸਕਦੇ। ਯਾਦ ਰੱਖਣਾ, ਬਹੁਤ ਇੰਪੋਰਟੈਂਟ ਕੁਐਸਚਨ ਬਣ ਸਕਦਾ ਕਿ ਵੱਧ ਤੋਂ ਵੱਧ 500 500 ਤੇ ਮਿਨੀਮਮ ਘੱਟ ਤੋਂ ਘੱਟ 60 ਮੈਂਬਰ ਹੋ ਸਕਦੇ ਆ। ਉਸ ਤੋਂ ਬਾਅਦ ਆ ਜੀ ਕੋਈ ਸਧਾਰਨ ਬਿੱਲ ਆ, ਉਹਨੂੰ ਤੁਸੀਂ ਕਾਨੂੰਨ ਬਣਾਉਣਾ, ਉਹਦੇ ਲਈ ਕਿਹਨਾਂ ਪ੍ਰਸਥਿਤੀਆਂ ਵਿੱਚੋਂ ਲੰਘਣਾ ਪੈਂਦਾ ਹੈ? ਪਹਿਲੀ ਪ੍ਰਸਥਿਤੀ, ਇਹਦੇ ਵਿੱਚ ਕੀ ਕਰਦੇ? ਬਿੱਲ ਨੂੰ ਪੇਸ਼ ਕਰਦੇ ਆ, ਠੀਕ ਹੈ, ਅਤੇ ਉਸ ਦੀ ਪਹਿਲੀ ਪੜ੍ਹਤ ਹੁੰਦੀ ਹੈ। ਤੇ ਦੂਸਰੇ ਦੇ ਵਿੱਚ ਬਿੱਲ ਦੀ ਹਰੇਕ ਧਾਰਾ ਉੱਤੇ ਬਹਿਸ ਹੁੰਦੀ ਹੈ, ਡਿਸਕਸ਼ਨ ਹੁੰਦੀ ਆ। ਤੇ ਤੀਸਰੇ ਦੇ ਵਿੱਚ ਬਿੱਲ ਉੱਤੇ ਸਾਂਝੇ ਰੂਪ ਵਿੱਚ ਮਤਦਾਨ ਹੁੰਦਾ, ਮਤਲਬ ਵੋਟਿੰਗ ਹੁੰਦੀ ਹੈ। ਇਸ ਤੋਂ ਬਾਅਦ ਬਿੱਲ ਦੂਸਰੇ ਸਦਨ ਨੂੰ ਫਿਰ ਭੇਜ ਦਿੱਤਾ ਜਾਂਦਾ ਹੈ। ਠੀਕ ਹੈ ਨਾ? ਸੋ ਕਿੱਦਾਂ ਹੁੰਦਾ ਆ, ਪਹਿਲਾਂ ਉਹ ਪੇਸ਼ ਕੀਤਾ ਜਾਂਦਾ ਤੇ ਉਹਦੀ ਪਹਿਲੀ ਪੜ੍ਹਤ ਹੁੰਦੀ ਹੈ, ਮਤਲਬ ਪਹਿਲੀ ਵਾਰੀ ਪੜ੍ਹਿਆ ਜਾਂਦਾ ਉਹਨੂੰ, ਫਿਰ ਦੂਸਰੀ ਵਾਰੀ ਉੱਤੇ ਬਹਿਸ ਹੁੰਦੀ ਆ, ਤੀਸਰੀ ਵਾਰੀ ਉੱਤੇ ਵੋਟਿੰਗ ਹੁੰਦੀ ਹੈ, ਤੇ ਫਿਰ ਉਹਨੂੰ ਨੈਕਸਟ ਜੇ ਉੱਥੋਂ ਪਾਸ ਹੋ ਜਾਂਦਾ ਫਿਰ ਅਗਲੇ ਸਦਨ 'ਚ ਭੇਜ ਦਿੱਤਾ ਜਾਂਦਾ ਆ। ਵਿਧਾਨ ਸਭਾ ਦਾ ਮੈਂਬਰ ਬਣਨ ਲਈ ਘੱਟੋ ਘੱਟ ਉਮਰ 25 ਸਾਲ। ਸਪੀਕਰ ਕਿਵੇਂ ਚੁਣਿਆ ਜਾਂਦਾ ਹੈ? ਦੇਖੋ, ਵਿਧਾਨ ਸਭਾ ਦੀ ਪ੍ਰਧਾਨਗੀ ਅਤੇ ਇਸ ਦੀ ਕਾਰਵਾਈ ਦਾ ਸੰਚਾਲਨ ਤੁਹਾਨੂੰ ਪਤਾ ਨਾ ਸਪੀਕਰ ਹੀ ਕਰਦਾ ਉਹ ਸਾਰਾ ਕੰਮ। ਤੇ ਇਹ ਚੁਣਦਾ ਕੌਣ ਹੈ ਇਹਨੂੰ? ਵਿਧਾਨ ਸਭਾ ਦੇ ਮੈਂਬਰ। ਠੀਕ ਹੈ, ਇਸ ਦੀ ਚੋਣ ਵਿਧਾਨ ਸਭਾ ਦੇ ਮੈਂਬਰ ਆਪਣੇ ਵਿੱਚੋਂ ਹੀ ਕਰਦੇ ਹਨ, ਮਤਲਬ ਆਪਣੇ ਵਿੱਚੋਂ ਹੀ ਇੱਕ ਨੂੰ ਉਹ ਕੀ ਕਰਦੇ ਆ? ਸਪੀਕਰ ਚੁਣਦੇ ਆ। ਕਲੀਅਰ ਆ ਜੀ? ਕਲੀਅਰ ਹੈ ਨਾ? ਸੌਖਾ। ਰਾਜ ਵਿਧਾਨ ਮੰਡਲ ਦੇ ਕਿੰਨੇ ਸਦਨ? 2 ਸੀਗੇ, ਵਿਧਾਨ ਸਭਾ, ਵਿਧਾਨ ਪਰਿਸ਼ਦ, ਲੈਜਿਸਲੇਟਿਵ ਅਸੈਂਬਲੀ ਐਂਡ ਕਾਉਂਸਲ। ਸੋ ਯੋਗਤਾਵਾਂ ਕੀ ਆ ਕਿ ਉਹ ਇੰਡੀਆ ਦਾ ਸਿਟੀਜ਼ਨ ਹੋਣਾ ਚਾਹੀਦਾ, ਮਿਨੀਮਮ ਏਜ ਉਹਦੀ 25 ਈਅਰ ਹੋਣੀ ਚਾਹੀਦੀ ਆ। ਠੀਕ ਆ, ਮੈਂਟਲੀ ਸਾਊਂਡ ਹੋਣਾ ਚਾਹੀਦਾ ਬਿਲਕੁਲ ਉਹ। ਠੀਕ ਹੈ, ਐਂਡ ਉਹ ਕਿਸੇ ਹੋਰ ਉਹਦੇ ਕੋਲ ਆਫਿਸ ਆਫ ਪ੍ਰੋਫਿਟ ਨਹੀਂ ਕੋਈ ਹੋਣਾ ਚਾਹੀਦਾ। ਮੈਂਬਰਾਂ ਦੀ ਸੰਖਿਆ ਮੈਕਸੀਮਮ 500, ਮਿਨੀਮਮ 60। ਉੱਦਾਂ ਹੀ ਅਕੋਰਡਿੰਗ ਟੂ ਪਾਪੂਲੇਸ਼ਨ ਜਿਹੜੀ ਦੇਖੀ ਜਾਂਦੀ ਆ। ਸਧਾਰਨ ਬਿੱਲ ਦੀਆਂ ਪ੍ਰਸਥਿਤੀਆਂ ਕੀ ਆ ਕਿ ਪਹਿਲਾਂ ਇਹਨੂੰ ਅਸੀਂ ਪਹਿਲੀ ਪੜ੍ਹਤ ਹੁੰਦੀ ਹੈ, ਦੂਸਰੀ ਵਾਰੀ ਤੇ ਬਹਿਸ ਹੁੰਦੀ ਹੈ, ਤੀਸਰੇ ਵਾਰੀ ਉੱਤੇ ਸਾਂਝੇ ਰੂਪ ਤੇ ਮਤਦਾਨ ਹੁੰਦਾ ਆ, ਮਤਲਬ ਵੋਟਿੰਗ ਹੁੰਦੀ ਹੈ, ਤੇ ਫਿਰ ਇਹਨੂੰ ਨੈਕਸਟ ਅੱਗੇ ਭੇਜ ਦਿੱਤਾ ਜਾਂਦਾ ਹੈ। ਮਿਨੀਮਮ ਏਜ ਵਿਧਾਨ ਸਭਾ ਦਾ ਮੈਂਬਰ ਬਣਨ ਲਈ 25 ਈਅਰ ਆ। ਸਪੀਕਰ ਦੀ ਚੋਣ ਵਿਧਾਨ ਸਭਾ ਦੇ ਵਿੱਚੋਂ ਹੀ ਉਹਨਾਂ ਕੋਈ ਮੈਂਬਰ ਜਿਹੜੇ ਉਹਨਾਂ ਮਿਲ ਕੇ ਕਿਸੇ ਨੂੰ ਚੂਜ਼ ਕਰ ਲੈਂਦੇ ਆ। ਉਸ ਤੋਂ ਬਾਅਦ ਗੱਲ ਕਰਦੇ ਵਿਧਾਨ ਪਰਿਸ਼ਦ, ਇਹਦੇ ਮੈਂਬਰ ਕਿੰਨੇ ਹੋ ਸਕਦੇ ਆ? ਦੇਖੋ, ਜਿਹੜੇ ਮੈਂਬਰ ਆ ਨਾ, ਇਹਨਾਂ ਦੀ ਗਿਣਤੀ 1/3 ਮੈਂਬਰਾਂ ਤੋਂ ਵੱਧ ਨਹੀਂ ਹੋਣੀ ਚਾਹੀਦੀ। ਮੈਂਬਰਾਂ ਦੀ ਗਿਣਤੀ ਵਿਧਾਨ ਸਭਾ ਦੇ ਮੈਂਬਰਾਂ ਦਾ 1/3 ਕੱਢ ਲਓ, ਉਸ ਤੋਂ ਵੱਧ ਨਹੀਂ ਹੋਣੀ ਚਾਹੀਦੀ। ਕਲੀਅਰ ਆ ਜੀ? ਵਿਧਾਨ ਸਭਾ ਦੇ ਆਪਾਂ ਕਰਕੇ ਆਏ ਨਾ, ਉਹਦੇ ਦਾ ਅਕੋਰਡਿੰਗ ਟੂ ਪਾਪੂਲੇਸ਼ਨ ਹੁਣ ਜਿੰਨੇ ਉਹਦੇ ਮੈਂਬਰ ਉਹਦਾ 1/3 ਹਿੱਸਾ ਕਰ ਲਓ, ਉਸ ਤੋਂ ਵੱਧ ਨਹੀਂ ਚਾਹੀਦੀ। ਤੇ ਘੱਟੋ ਘੱਟ 40 ਹੋਣੀ ਚਾਹੀਦੀ ਹੈ। ਘੱਟੋ ਘੱਟ ਕਿੰਨੀ ਹੋਣੀ ਚਾਹੀਦੀ? 40 ਦਾ। ਉਹਦਾ ਘੱਟੋ ਘੱਟ 60 ਹੋਣੀ ਚਾਹੀਦੀ ਨਾ, ਇੱਧਰ ਘੱਟੋ ਘੱਟ 40 ਹੋਣੀ ਚਾਹੀਦੀ ਹੈ। ਵੱਧ ਤੋਂ ਵੱਧ ਉੱਥੇ 500 ਸੀ, ਇੱਥੇ ਵੱਧ ਤੋਂ ਵੱਧ ਮਤਲਬ ਕਿ ਦੱਸਿਆ ਹੈ ਕਿ ਇਸ ਤੋਂ ਵੱਧ ਨਹੀਂ ਚਾਹੀਦੀ 1/3 ਵਿਧਾਨ ਸਭਾ ਦੇ ਮੈਂਬਰਾਂ ਤੋਂ, 1/3। ਇਸ ਦਾ ਮੈਂਬਰ ਬਣਨ ਲਈ ਕੀ ਯੋਗਤਾਵਾਂ? ਇੰਡੀਆ ਦਾ ਸਿਟੀਜ਼ਨ, ਉਮਰ ਘੱਟੋ ਘੱਟ ਇਹ ਲਈ 30 ਸਾਲ ਆ। ਦੇਖੋ ਚੇਂਜ ਹੋ ਗਿਆ, ਇਹ 'ਚ ਉਮਰ ਕਿੰਨੀ ਆ? ਘੱਟੋ ਘੱਟ 30 ਸਾਲ। ਠੀਕ ਹੈ, ਤੇ ਇਹਦੇ ਵਿੱਚ ਉਹ ਸਾਰੀਆਂ ਯੋਗਤਾਵਾਂ ਹੋਣੀਆਂ ਚਾਹੀਦੀਆਂ ਜੋ ਵਿਧਾਨ ਸਭਾ ਦਾ ਮੈਂਬਰ ਬਣਨ ਲਈ ਹੁੰਦੀਆਂ। ਵਿਧਾਨ ਪਰਿਸ਼ਦ ਦੇ ਮੈਂਬਰਾਂ ਦੀ ਚੋਣ, ਵਿਧਾਨ ਪਰਿਸ਼ਦ ਦੇ 1/3 ਮੈਂਬਰ ਵਿਧਾਨ ਸਭਾ ਵੱਲੋਂ, 1/3 ਮੈਂਬਰ ਨਗਰ ਪਾਲਿਕਾ ਤੇ ਪਰਿਸ਼ਦ ਵੱਲੋਂ, ਤੇ 1/12 ਹਿੱਸਾ ਗ੍ਰੈਜੂਏਟਾਂ ਵੱਲੋਂ, ਅਤੇ ਇੱਕ ਹੋਰ 12ਵਾਂ ਹਿੱਸਾ ਸਕੂਲ, ਕਾਲਜਾਂ ਤੇ ਵਿਸ਼ਵ ਵਿਦਿਆਲਿਆਂ ਦੇ ਅਧਿਆਪਕ ਵੱਲੋਂ ਚੁਣਿਆ ਜਾਂਦਾ ਹੈ। ਇਸ ਦੇ 1/6 ਮੈਂਬਰ ਰਾਜਪਾਲ ਵੱਲੋਂ ਨਾਮਜ਼ਦ ਕੀਤੇ ਜਾਂਦੇ ਹਨ। ਦੇਖੋ ਇਹ ਕਿੰਨਾ ਇੱਕ ਡਾਟਾ ਹੈ ਇਹਦਾ ਕਿ 1/3 ਜਿਹੜੇ ਆ ਉਹ ਵਿਧਾਨ ਸਭਾ, ਠੀਕ ਹੈ,
यानी कि ਲੈਜਿਸਲੇਟਿਵ ਅਸੈਂਬਲੀ ਐਂਡ ਉਸ ਤੋਂ ਬਾਅਦ 1/3 ਜਿੰਨੀਆਂ ਵੀ ਮਿਊਨਿਸਪੈਲਿਟੀਜ਼ ਹੈ, ਠੀਕ ਹੈ, ਉਹਨਾਂ ਵੱਲੋਂ, ਅਤੇ 1/12 ਗ੍ਰੈਜੂਏਟਸ ਵੱਲੋਂ, ਠੀਕ ਆ, ਅਤੇ 1/12 ਇੱਦਾਂ 1/12 ਵੀ ਇੱਦਾਂ ਹੀ ਸਕੂਲ ਕਾਲਜ ਵਿਸ਼ਵ ਵਿਦਿਆਲਿਆਂ ਦੇ ਅਧਿਆਪਕਾਂ ਵੱਲੋਂ, ਅਤੇ ਬਾਅਦ 'ਚ ਬਚਿਆ 1/16 ਉਹ ਰਾਜਪਾਲ, ਠੀਕ ਹੈ ਜੀ, ਕਰਦਾ ਹੈਗਾ। ਵਿਧਾਨ ਪ੍ਰੀਸ਼ਦ ਦਾ ਕਾਰਜਕਾਲ ਕਿੰਨਾ ਹੁੰਦਾ? 6 ਸਾਲ ਦਾ ਹੁੰਦਾ। ਅੱਜ ਕੱਲ੍ਹ ਕਿਹੜੇ ਕਿਹੜੇ ਰਾਜਾਂ ਵਿੱਚ ਵਿਧਾਨ ਪ੍ਰੀਸ਼ਦਾਂ ਹਨ? ਬਿਹਾਰ, ਝਾਰਖੰਡ, ਜੰਮੂ ਤੇ ਕਸ਼ਮੀਰ, ਕਰਨਾਟਕਾ, ਮਹਾਰਾਸ਼ਟਰ ਅਤੇ ਉੱਤਰ ਪ੍ਰਦੇਸ਼। ਇਹਨਾਂ ਵਿੱਚ ਦੇਖੋ ਵਿਧਾਨ ਪ੍ਰੀਸ਼ਦ ਹਰ ਜਗ੍ਹਾ ਨਹੀਂ ਹੁੰਦੀ, ਠੀਕ ਹੈ ਨਾ, ਕਿਤੇ ਕਿਤੇ ਆ। ਰਾਜ ਵਿਧਾਨ ਮੰਡਲ ਦੀਆਂ 4 ਸ਼ਕਤੀਆਂ। ਮੰਤਰੀ ਜਿਹੜੀ ਪ੍ਰੀਸ਼ਦ ਉਹਨਾਂ 'ਤੇ ਨਿਯੰਤਰਣ ਰੱਖਣਾ, ਕੋਈ ਟੈਕਸ ਲਗਾਉਣਾ, ਕਰ ਲਗਾਉਣਾ, ਸ਼ੋਧ ਕਰਨੀ ਉਹਦੇ ਵਿੱਚ, ਕੋਈ ਅਮੈਂਡਮੈਂਟ ਕਰਨੀ, ਬਜਟ ਪਾਸ ਕਰਨ ਦਾ ਅਧਿਕਾਰ। ਰਾਜ ਸੂਚੀ, ਠੀਕ ਹੈ, ਜਿਹੜੀ ਸਟੇਟ ਲਿਸਟ ਹੈਗੀ ਆ, ਠੀਕ ਹੈ, ਐਂਡ ਸਮਵਰਤੀ ਸੂਚੀਆਂ ਦੇ ਵਿਸ਼ਿਆਂ ਤੇ ਕਾਨੂੰਨ ਬਣਾ, ਕਨਕੂਲੈਂਟ ਲਿਸਟ ਦੇ ਵਿੱਚੋਂ ਸਦਨ ਦੀ ਮਰਿਆਦਾ ਭੰਗ ਕਰਨ ਵਾਲਿਆਂ ਨੂੰ ਸਜ਼ਾ ਦੇਣੀ, ਜੇ ਉੱਥੇ ਮਤਲਬ ਕਿ ਕੋਈ ਵੀ ਕਾਨੂੰਨ ਨੂੰ ਭੰਗ ਕਰ ਰਿਹਾ ਉੱਥੇ। ਰਾਜ ਦੇ ਰਾਜਪਾਲ ਦੀ ਨਿਯੁਕਤੀ ਕਿਵੇਂ ਤੇ ਕਿਸ ਦੁਆਰਾ ਕੀਤੀ ਜਾਂਦੀ ਹੈ? ਇਹ ਰਾਸ਼ਟਰਪਤੀ ਵੱਲੋਂ ਕੀਤੀ ਜਾਂਦੀ ਹੈ 5 ਸਾਲ ਲਈ। ਮੁੱਖ ਮੰਤਰੀ ਦੀ ਨਿਯੁਕਤੀ ਕਿਵੇਂ ਤੇ ਕਿਸ ਦੁਆਰਾ ਕੀਤੀ ਜਾਂਦੀ ਹੈ? ਉਹ ਰਾਜਪਾਲ ਕਰਦਾ। ਚੀਫ ਮਿਨਿਸਟਰ ਨੂੰ ਗਵਰਨਰ, ਰਾਜਪਾਲ ਮਤਲਬ ਗਵਰਨਰ ਕਰਦਾ, ਅਤੇ ਗਵਰਨਰ ਨੂੰ ਕੌਣ ਕਰਦਾ? ਪ੍ਰੈਜ਼ੀਡੈਂਟ। ਨੈਕਸਟ, ਸੰਵਿਧਾਨਿਕ ਸੰਕਟ ਦੇ ਸਮੇਂ ਰਾਜਪਾਲ ਦੀ ਕੀ ਸਥਿਤੀ ਹੁੰਦੀ ਹੈ? ਠੀਕ ਹੈ, ਉਸ ਸਮੇਂ ਰਾਸ਼ਟਰਪਤੀ ਰਾਜ ਲਾਗੂ ਹੋ ਜਾਂਦਾ ਹੈ, ਅਤੇ ਰਾਜਪਾਲ ਰਾਜ ਦਾ ਅਸਲੀ ਕਾਰਜਮੁਖੀ ਫਿਰ ਉਹ ਬਣ ਜਾਂਦਾ, ਠੀਕ ਹੈ। ਸੰਵਿਧਾਨਿਕ ਜਦੋਂ ਸੰਕਟ ਆ ਜਾਂਦਾ ਉਸ ਸਮੇਂ ਰਾਜ ਵਿੱਚ ਕਿਹੜਾ ਰਾਸ਼ਟਰਪਤੀ ਰਾਜ ਲਾਗੂ ਹੋ ਜਾਂਦਾ ਹੈ, ਅਤੇ ਫਿਰ ਰਾਜਪਾਲ ਉਸ ਟਾਈਮ ਰਾਜ ਦਾ ਅਸਲੀ ਕਾਰਜਮੁਖੀ, ਮਤਲਬ ਸਾਰਾ ਕੁਝ ਮੁੱਖ ਮੰਤਰੀ ਦੇ ਹੱਥੋਂ ਛੱਡ ਕੇ ਚੱਲ ਜਾਂਦਾ, ਰਾਜਪਾਲ ਦੇ ਹੱਥ ਚੱਲ ਜਾਂਦਾ। ਇਹਦਾ ਕਾਰਜਕਾਲ 5 ਸਾਲ ਹੁੰਦਾ ਹੈ। ਹਾਈ ਕੋਰਟ ਦੀ ਜੱਜ ਦਾ ਕਾਰਜਕਾਲ ਕਿੰਨਾ ਹੁੰਦਾ ਹੈ? ਦੇਖੋ ਹਾਈ ਕੋਰਟ ਦਾ ਜਿਹੜਾ ਜੱਜ ਆ ਉਹ 62 ਸਾਲ ਦੀ ਉਮਰ ਤੱਕ ਆਪਣੇ ਅਹੁਦੇ 'ਤੇ ਰਹਿ ਸਕਦਾ। ਇਹਦਾ ਕੋਈ ਪਰਟੀਕੂਲਰ ਟਾਈਮ ਪੀਰੀਅਡ ਨਹੀਂ ਦੱਸਿਆ, ਬਸ ਇਹ ਦੱਸਿਆ ਹੈ ਕਿ ਉਹ 62 ਈਅਰਸ ਮਤਲਬ ਉਮਰ ਤੱਕ ਰਹਿ ਸਕਦਾ, ਠੀਕ ਹੈ ਜੀ। ਇਹਦੀ ਯੋਗਤਾਵਾਂ ਕਿਹੜੀਆਂ ਕਿਹੜੀਆਂ? ਭਾਰਤ ਦਾ ਨਾਗਰਿਕ ਹੋਵੇ, 10 ਸਾਲ ਉਹਨੇ ਹੇਠਲੀ ਅਦਾਲਤ ਵਿੱਚ ਜੱਜ ਰਹਿ ਚੁੱਕਾ ਹੋਵੇ, ਜਾਂ ਫਿਰ ਉਹਨੇ 10 ਸਾਲ ਕਿਸੇ ਉੱਚ ਅਦਾਲਤ ਵਿੱਚ ਵਕਾਲਤ ਕੀਤੀ ਹੋਵੇ, ਠੀਕ ਹੈ ਜੀ। ਹਾਈ ਕੋਰਟ ਦੇ ਵਿੱਚ ਜੱਜਾਂ ਦੀ ਗਿਣਤੀ। ਹਾਈ ਕੋਰਟ ਵਿੱਚ ਇੱਕ ਮੁੱਖ ਜੱਜ, ਠੀਕ ਹੈ, ਜਿਹਨੂੰ ਆਪਾਂ ਚੀਫ ਜਸਟਿਸ ਕਹਿ ਦਿੰਦੇ ਹਾਂ, ਅਤੇ ਹੋਰ ਜੱਜ ਹੁੰਦੇ ਹਨ। ਉਹਨਾਂ ਦੀ ਗਿਣਤੀ ਨਿਸ਼ਚਿਤ ਨਹੀਂ ਹੈ, ਸਾਨੂੰ ਕੋਈ ਹੈ ਨਹੀਂ ਵੀ ਇੰਨੀ ਹੋਣੀ ਚਾਹੀਦੀ ਆ। ਇਹ ਰਾਸ਼ਟਰਪਤੀ ਦੀ ਮਰਜ਼ੀ 'ਤੇ ਨਿਰਭਰ ਕਰਦੀ ਕਿ ਜਿੰਨੇ ਪ੍ਰੈਜ਼ੀਡੈਂਟ ਕਹੂਗਾ ਉਨੇ ਹੀ ਹੋਣਗੇ। ਲੋਕ ਅਦਾਲਤਾਂ। ਲੋਕ ਅਦਾਲਤਾਂ ਕੀ ਹੁੰਦੀਆਂ? ਗਰੀਬ ਅਤੇ ਸ਼ੋਸ਼ਿਤ ਲੋਕਾਂ ਨੂੰ ਜਲਦੀ ਨਿਆਂ ਦਿਵਾਉਣ ਲਈ ਕੁਝ ਸਮੇਂ ਪਹਿਲਾਂ ਦੇਸ਼ ਵਿੱਚ ਲੋਕ ਅਦਾਲਤਾਂ ਕਾਇਮ ਕੀਤੀਆਂ ਗਈਆਂ। 6 ਅਕਤੂਬਰ 1985 ਨੂੰ ਜਿਹੜੀ ਪਹਿਲੀ ਲੋਕ ਅਦਾਲਤ ਉਹ ਦਿੱਲੀ ਵਿੱਚ ਹੋਈ ਸੀ, ਠੀਕ ਹੈ। ਇਸ ਵਿੱਚ ਹਾਦਸਿਆਂ ਸੰਬੰਧੀ 150 ਕੇਸਾਂ ਨੂੰ ਨਿਪਟਾਇਆ ਗਿਆ। ਮਤਲਬ ਇਹ ਗਰੀਬ ਅਤੇ ਸ਼ੋਸ਼ਿਤ ਲੋਕਾਂ ਨੂੰ ਜੇ ਜਲਦੀ ਨਿਆਂ ਦੇਣਾ ਉਹਨਾਂ ਲਈ ਆ। 6 ਅਕਤੂਬਰ 1985 ਨੂੰ ਜਿਹੜੀ ਪਹਿਲੀ ਆ ਉਹ ਆਪਣੀ ਦਿੱਲੀ ਵਿੱਚ ਸੀਗੀ, ਅਤੇ ਉਹਦੇ ਵਿੱਚ 150 ਕੇਸਾਂ ਨੂੰ ਨਿਪਟਾਇਆ ਗਿਆ। ਹਾਈ ਕੋਰਟ ਦੇ ਜੱਜਾਂ ਦੀਆਂ ਸ਼ਕਤੀਆਂ ਦਾ ਦੱਸੋ। ਹਾਈ ਕੋਰਟ ਕੁਝ ਮਹੱਤਵਪੂਰਨ ਮਾਮਲਿਆਂ 'ਤੇ ਸਿੱਧੀ ਸੁਣਵਾਈ ਕਰਦਾ ਆ। ਆਪਣੇ ਅਧੀਨ ਜਿਹੜੀਆਂ ਅਦਾਲਤਾਂ ਉਹਨਾਂ ਦੇ ਫੈਸਲਿਆਂ ਵਿਰੁੱਧ ਅਪੀਲਾਂ ਜਿਹੜੀਆਂ ਆ ਉਹ ਸੁਣ ਸਕਦਾ ਆ। ਹਾਈ ਕੋਰਟ ਆਪਣੀਆਂ ਸਾਰੀਆਂ ਅਧੀਨ ਅਦਾਲਤਾਂ ਦੀ ਕਾਰਜਵਿਧੀ ਦਾ ਨਿਰੀਖਣ ਕਰਦੀ ਹੈ, ਠੀਕ ਹੈ। ਸੋ ਇਹ ਆ ਕਿ ਤੁਹਾਡੇ ਰਾਜ ਵਿੱਚ 2 ਸਦਨੀ ਵਿਧਾਨਪਾਲਿਕਾ ਹੈ? ਨਹੀਂ, ਉਹ ਸਿਰਫ ਅਕੋਰਡਿੰਗ ਟੂ ਜਿਹਦੇ ਹੈ ਉਸ ਅਕੋਰਡਿੰਗ ਦੱਸਣਗੇ, ਠੀਕ ਹੈ। ਭਾਰਤੀ ਸੰਘ ਵਿੱਚ ਕਿੰਨੇ ਕਿਸਮ ਦੀਆਂ ਇਕਾਈਆਂ ਹਨ? ਹੁਣੇ ਆਪਾਂ ਕੀਤਾ, ਭਾਰਤੀ ਸੰਘ ਵਿੱਚ 2 ਕਿਸਮ ਦੀਆਂ ਇਕਾਈਆਂ ਹਨ, ਇੱਕ ਰਾਜ ਅਤੇ ਇੱਕ ਕੇਂਦਰੀ ਸ਼ਾਸਿਤ। ਮਤਲਬ ਕਿ ਜੋ ਹੈ ਨਾ ਰਾਜ ਮਤਲਬ ਕਿ ਸਟੇਟ ਦਾ ਵੀ ਚੱਲਦਾ ਆ ਅਤੇ ਸੈਂਟਰ, ਠੀਕ ਹੈ। ਇਹਦੇ ਵਿੱਚ ਕੇਂਦਰੀ ਸ਼ਾਸਿਤ ਪ੍ਰਦੇਸ਼ ਜਿਹੜੇ ਆ ਉਹ ਲਏ ਹੋਏ ਆ, ਠੀਕ ਹੈ। ਸੌਰੀ, ਰਾਜ ਅਤੇ ਕੇਂਦਰੀ, ਸੈਂਟਰ ਨਹੀਂ ਹੈ ਇੱਥੇ, ਕੇਂਦਰੀ ਸ਼ਾਸਿਤ ਪ੍ਰਦੇਸ਼ ਯੂਟੀਜ਼, ਯੂਨੀਅਨ ਟੈਰੀਟਰੀਜ਼, ਠੀਕ ਹੈ। ਉਸ ਤੋਂ ਬਾਅਦ ਰਾਜ ਦਾ ਵਰਗੀਕਰਨ ਕਿਹੜੇ ਆਧਾਰਾਂ 'ਤੇ ਕੀਤਾ ਗਿਆ ਹੈ? ਦੇਖੋ ਦੂਸਰਾ ਹੈਗਾ ਰਾਜ ਨੂੰ ਭਾਸ਼ਾਈ ਰਾਜ ਕਿਉਂ ਕਿਹਾ ਜਾਂਦਾ ਹੈ? ਭਾਰਤ ਵਿੱਚ ਰਾਜਾਂ ਦਾ ਵਰਗਣ ਜਿਹੜਾ ਕੀਤਾ ਨਾ, ਅਲੱਗ-ਅਲੱਗ ਸਟੇਟਸ ਜਿਹੜੀਆਂ ਡਿਵਾਈਡ ਆ, ਉਹ ਭਾਸ਼ਾ ਦੇ ਆਧਾਰ 'ਤੇ ਕੀਤਾ ਗਿਆ, ਠੀਕ ਹੈ। ਰਾਜਾਂ ਦਾ ਗਠਨ ਭਾਸ਼ਾ ਦੇ ਆਧਾਰ 'ਤੇ ਹੋਣ ਕਰਕੇ ਇਹਨਾਂ ਨੂੰ ਭਾਸ਼ਾਈ ਰਾਜ ਕਿਹਾ ਜਾਂਦਾ। ਮਤਲਬ ਲੈਂਗੁਏਜ ਦੇ ਬੇਸਿਸ 'ਤੇ ਇਹਨਾਂ ਦਾ ਜਿਹੜਾ ਆ ਉਹ ਕਲਾਸੀਫਿਕੇਸ਼ਨ ਕੀਤੀ ਗਈ ਆ। ਕੇਂਦਰੀ ਸ਼ਾਸਿਤ ਪ੍ਰਦੇਸ਼ ਕਿਸ ਨੂੰ ਆਖਦੇ ਹਨ? ਦੇਖੋ ਜਿਨ੍ਹਾਂ ਦਾ ਹੈ ਨਾ ਕੇਂਦਰੀ ਸ਼ਾਸਿਤ ਪ੍ਰਦੇਸ਼, ਨਾਮ ਤੇ ਕੇਂਦਰ ਮਤਲਬ ਸੈਂਟਰ ਦੇ ਹੱਥ, ਜਿਹਨਾਂ ਦਾ ਸਿੱਧਾ ਹੀ ਮਤਲਬ ਸਾਰਾ ਉੱਥੇ ਦਾ ਸਿਸਟਮ ਸੈਂਟਰ ਦੇ ਕੋਲ ਆ, ਠੀਕ ਆ, ਮਤਲਬ ਉਹ ਉੱਥੇ ਪ੍ਰਸ਼ਾਸਨ ਕਰਨਗੇ, ਉਹਨੂੰ ਕਹਿੰਦੇ ਆ। 2 ਕੇਂਦਰੀ ਸ਼ਾਸਿਤ ਪੌਂਡੂਚੇਰੀ, ਚੰਡੀਗੜ੍ਹ, ਇਹਦਾ ਤੁਹਾਨੂੰ ਹੋਰ ਵੀ ਬਹੁਤ ਸਾਰੇ ਨਾਮ ਪਤਾ ਨੇ, ਦਮਨ ਦੀਵ ਐਂਡ ਦਾਦਰਾ ਨਗਰ ਹਵੇਲੀ, ਅੰਡੇਮਾਨ ਨਿਕੋਬਾਰ, ਲਕਸ਼ਦੀਪ, ਠੀਕ ਹੈ। ਸੋ ਇੱਦਾਂ ਤੁਹਾਨੂੰ ਬਾਕੀ ਵੀ ਪਤਾ ਹੋਣੇ ਚਾਹੀਦੇ ਆ। ਰਾਜ ਸਰਕਾਰ ਕਿਹੜੀ ਸੂਚੀ ਦੇ ਵਿਸ਼ਿਆਂ ਉੱਤੇ ਕਾਨੂੰਨ ਬਣਾ ਸਕਦੀ ਹੈ?
ਜਿਹੜੀ ਰਾਜ ਸਰਕਾਰ ਮਤਲਬ ਸਟੇਟ ਆ ਜਿਹੜੀ ਉਹ ਸਟੇਟ ਲਿਸਟ 'ਚੋਂ ਬਣਾ ਸਕਦੀ। ਹੁਣ ਸਟੇਟ ਲਿਸਟ 'ਚ ਕੀ ਆ ਜਾਂਦਾ, ਉੱਥੇ ਦੀ ਐਗਰੀਕਲਚਰ, ਉੱਥੇ ਲੈਂਡ, ਠੀਕ ਹੈ, ਇਰੀਗੇਸ਼ਨ, ਹੈਲਥ ਨਾਲ ਰਿਲੇਟਡ। ਸੋ ਇਹ ਸਾਰੀਆਂ ਚੀਜ਼ਾਂ ਉਹ ਰਾਜ ਸਰਕਾਰ ਦੇ ਹੱਥ 'ਚ ਆ, ਇਹਨਾਂ ਨਾਲ ਰਿਲੇਟਡ ਕੋਈ ਵੀ ਕਾਨੂੰਨ ਬਣਾ ਸਕਦੀ ਆ। ਵਿੱਤ ਸੰਬੰਧੀ ਬਿੱਲ ਰਾਜ ਵਿਧਾਨ ਮੰਡਲ ਦੇ ਕਿਹੜੇ ਸਦਨ ਵਿੱਚ ਪੇਸ਼ ਕੀਤੇ ਜਾ ਸਕਦੇ ਹਨ? ਵਿਧਾਨ ਸਭਾ ਵੱਲੋਂ ਭੇਜੇ ਗਏ ਬਿੱਲ ਨੂੰ ਵਿਧਾਨ ਪਰਿਸ਼ਦ ਕਿੰਨੇ ਸਮੇਂ ਤੱਕ ਰੋਕ ਕੇ ਰੱਖ ਸਕਦੀ ਹੈ? ਇੱਥੇ ਜਿਹੜੇ ਫਾਈਨੈਂਸ਼ੀਅਲਸ ਜਿਹੜੇ ਬਿੱਲ ਹੈਗੇ ਉਹਨਾਂ ਦੀ ਗੱਲ ਕੀਤੀ ਹੈ, ਇਹ ਹੈਗੇ ਵਿਧਾਨ ਸਭਾ ਵਿੱਚ ਪੇਸ਼ ਕੀਤੇ ਜਾ ਸਕਦੇ ਆ ਜੀ। ਵਿਧਾਨ ਸਭਾ ਵੱਲੋਂ ਜਿਹੜੀ ਸਲਾਹ ਲਈ ਭੇਜੇ ਗਏ ਬਿੱਲ ਨੂੰ ਵਿਧਾਨ ਪਰਿਸ਼ਦ ਵੱਧ ਤੋਂ ਵੱਧ 14 ਦਿਨ ਲਈ ਰੋਕ ਕੇ ਰੱਖ ਸਕਦੀ, ਇਸ ਤੋਂ ਜ਼ਿਆਦਾ ਨਹੀਂ ਰੱਖ ਸਕਦੀ, ਠੀਕ ਹੈ। ਰਾਜ ਸਰਕਾਰ ਦਾ ਅਸਲੀ ਮੁਖੀ ਕੌਣ ਹੁੰਦਾ ਹੈ? ਮੁੱਖ ਮੰਤਰੀ ਹੀ ਹੁੰਦਾ ਹੈ। ਮੁੱਖ ਮੰਤਰੀ ਦੀ ਨਿਯੁਕਤੀ ਕੌਣ ਕਰਦਾ ਹੈ? ਸਾਨੂੰ ਪਤਾ ਗਵਰਨਰ ਰਾਜਪਾਲ ਕਰਦਾ ਹੈ। ਰਾਜਪਾਲ ਦੇ ਅਹੁਦੇ ਲਈ ਘੱਟੋ ਘੱਟ ਉਮਰ ਕਿੰਨੀ ਹੋਣੀ ਚਾਹੀਦੀ ਹੈ? 35 ਈਅਰ, 35 ਸਾਲ ਹੋਣੀ ਚਾਹੀਦੀ ਹੈ। ਰਾਜ ਵਿਧਾਨ ਮੰਡਲ ਦੇ 1 ਸਾਲ ਵਿੱਚ ਕਿੰਨੇ ਇਜਲਾਸ ਹੋਣੇ ਚਾਹੀਦੇ ਹਨ? ਰਾਜ ਵਿਧਾਨ ਮੰਡਲ ਦੇ 2 ਇਜਲਾਸ ਵਿਚਕਾਰ ਕਿੰਨਾ ਫਰਕ ਹੋਣਾ ਚਾਹੀਦਾ ਹੈ? ਠੀਕ ਹੈ, ਘੱਟੋ ਘੱਟ 2 ਇਜਲਾਸ ਹੋਣੇ ਚਾਹੀਦੇ ਹਨ ਤੇ ਇਹਨਾਂ ਵਿੱਚ 6 ਮਹੀਨਿਆਂ ਤੋਂ ਵੱਧ ਦਾ ਫਰਕ ਨਹੀਂ ਹੋਣਾ ਚਾਹੀਦਾ, ਠੀਕ ਹੈ। 2 ਸੈਸ਼ਨਸ ਜਿਹੜੇ ਆ ਹੋਣੇ ਜ਼ਰੂਰੀ ਹੈ ਤੇ ਉਹਨਾਂ 'ਚ 6 ਮਹੀਨਿਆਂ ਦਾ ਫਰਕ ਨਹੀਂ ਹੋਣਾ ਚਾਹੀਦਾ। ਰਾਜਪਾਲ ਦਾ ਮੁੱਖ ਸਲਾਹਕਾਰ ਕੌਣ ਹੁੰਦਾ? ਮੁੱਖ ਮੰਤਰੀ, ਠੀਕ ਹੈ। ਭਾਰਤ ਵਿੱਚ ਕਿੰਨੇ ਰਾਜ ਹਨ? ਠੀਕ ਹੈ, ਹੁਣ ਚੇਂਜ ਕਰ ਲਿਓ, 28 ਹੋ ਗਏ ਆ ਤੇ ਸੰਘੀ ਖੇਤਰ 8 ਹੋ ਗਏ ਆ, ਠੀਕ ਹੈ, ਵੀ ਚੇਂਜ ਹੋ ਗਿਆ ਹੁਣ ਸਾਰਾ ਕੁਝ। 2 ਰਾਜਾਂ ਦੇ ਨਾਂ ਦੱਸੋ ਜਿੱਥੇ 2 ਸਦਨੀ ਵਿਧਾਨ ਮੰਡਲ ਹਨ, ਯਾਨੀ ਵਿਧਾਨ ਸਭਾ ਤੇ ਵਿਧਾਨ ਪਰਿਸ਼ਦ ਦੋਨੇ ਹਨ। ਮਹਾਰਾਸ਼ਟਰ ਅਤੇ ਕਰਨਾਟਕਾ। ਪੰਜਾਬ ਵਿੱਚ ਕਿੰਨੇ ਸਦਨੀ ਵਿਧਾਨ ਮੰਡਲ ਵਿਧਾਨ ਪਾਲਿਕਾ ਹਨ? ਪੰਜਾਬ ਵਿੱਚ 1 ਸਦਨੀ, ਠੀਕ ਹੈ, ਓਨਲੀ ਵਿਧਾਨ ਸਭਾ। ਵਿਧਾਨ ਪਰਿਸ਼ਦ ਦੇ ਮੈਂਬਰਾਂ ਦੀ ਘੱਟੋ ਤੋਂ ਘੱਟ ਕਿੰਨੀ ਗਿਣਤੀ ਨਿਸ਼ਚਿਤ ਕੀਤੀ ਗਈ? ਆਪਾਂ ਕੀਤਾ ਸੀ 40, ਠੀਕ ਹੈ, ਮੈਕਸਿਮਮ 1/3 ਆਫ ਵਿਧਾਨ ਸਭਾ, ਉਸ ਤੋਂ ਜ਼ਿਆਦਾ ਨਹੀਂ ਹੋਣਾ ਚਾਹੀਦਾ। ਵਿਧਾਨ ਸਭਾ ਦਾ ਮੈਂਬਰ ਬਣਨ ਲਈ ਨਾਗਰਿਕ ਦੀ ਘੱਟੋ ਘੱਟ ਉਮਰ ਕਿੰਨੀ ਹੋਣੀ ਚਾਹੀਦੀ? ਦੇਖੋ ਵਿਧਾਨ ਸਭਾ ਲਈ 25 ਈਅਰ ਸੀ, ਠੀਕ ਹੈ, 25 ਸਾਲ, ਤੇ ਵਿਧਾਨ ਪਰਿਸ਼ਦ ਦਾ ਬਣਨ ਲਈ 30। ਵਿਧਾਨ ਪਰਿਸ਼ਦ ਦਾ ਹਰੇਕ ਮੈਂਬਰ 6 ਸਾਲ ਲਈ ਹੁੰਦਾ। ਵਿਧਾਨ ਪਰਿਸ਼ਦ ਵਿੱਚ ਰਾਜਪਾਲ ਦੁਆਰਾ ਵਿਧਾਨ ਪਰਿਸ਼ਦ 'ਚ ਕਿੰਨੇ ਮੈਂਬਰ ਉਹ ਰਾਜਪਾਲ ਨਿਯੁਕਤ ਕਰਦਾ? 12, ਠੀਕ ਹੈ। ਉਸ ਤੋਂ ਬਾਅਦ ਹੈ ਰਾਜ ਦਾ ਸੰਵਿਧਾਨਿਕ ਮੁਖੀ ਕੌਣ ਹੁੰਦਾ? ਠੀਕ ਹੈ, ਉਹ ਹੁੰਦਾ ਰਾਜਪਾਲ। ਰਾਜਪਾਲ ਦੀ ਨਿਯੁਕਤੀ ਕੌਣ ਕਰਦਾ? ਰਾਸ਼ਟਰਪਤੀ। ਰਾਸ਼ਟਰਪਤੀ ਵਿੱਚ ਰਾਜ ਵਿੱਚ ਅਧਿਆਦੇਸ਼ ਕੌਣ ਜਾਰੀ ਕਰਦਾ ਹੈ? ਰਾਜਪਾਲ। ਰਾਜਪਾਲ ਆਪਣੀ ਕਿਹੜੀ ਸ਼ਕਤੀਆਂ ਦੀ ਵਰਤੋਂ ਇੱਛਾ ਅਨੁਸਾਰ ਕਰ ਸਕਦਾ? ਜਿੰਨੀਆਂ ਵਿਵੇਕਸ਼ੀਲ। ਰਾਜ ਵਿੱਚ ਰਾਸ਼ਟਰਪਤੀ ਸ਼ਾਸਨ ਦੌਰਾਨ ਜਦੋਂ ਲੱਗਦਾ ਆ ਉਸ ਟਾਈਮ ਵਿਧਾਨਕ ਸ਼ਕਤੀਆਂ ਕਿਹਦੇ ਵਿੱਚ ਚਲ ਜਾਂਦੀਆਂ? ਸੰਸਦ, ਪਾਰਲੀਮੈਂਟ ਕੋਲ ਚਲ ਜਾਂਦੀਆਂ। ਪੰਜਾਬ ਅਤੇ ਹਰਿਆਣਾ ਉੱਚ ਅਦਾਲਤ ਵਿੱਚ ਜੱਜਾਂ ਦੀ ਗਿਣਤੀ 26, ਇੱਕ ਵਾਰੀ ਰੀਸੈਂਟ ਵਾਲੀ ਤੁਸੀਂ ਚੈੱਕ ਕਰ ਲੈਣਾ। ਉੱਚ ਅਦਾਲਤ ਦਾ ਜੱਜ ਕਿੰਨੀ ਉਮਰ ਤੱਕ ਆਪਣੇ ਅਹੁਦੇ ਤੇ ਰਹਿ ਸਕਦਾ ਹੈ? 62 ਈਅਰ ਤੱਕ। ਇਹ ਜਿਹੜਾ ਰੀਸੈਂਟ ਡਾਟਾ। ਨੈਕਸਟ ਹੈ ਪੰਜਾਬ ਤੇ ਹਰਿਆਣਾ ਦੀ ਸਾਂਝੀ ਉੱਚ ਅਦਾਲਤ ਕਿੱਥੇ ਹੈ? ਚੰਡੀਗੜ੍ਹ ਵਿੱਚ। ਜ਼ਿਲ੍ਹਾ ਜੱਜ ਦੀ ਨਿਯੁਕਤੀ ਕੌਣ ਕਰਦਾ ਹੈ? ਰਾਜਪਾਲ। ਲੋਕ ਅਦਾਲਤਾਂ ਦੀ ਧਾਰਨ ਦਾ ਜਨਕ ਕਿਹਨੂੰ ਮੰਨਿਆ ਗਿਆ? ਲੋਕ ਅਦਾਲਤਾਂ ਦੱਸੀਆਂ ਸੀ ਨਾ, ਉਹਨਾਂ ਲਈ PN ਭਗਵਤੀ ਨੂੰ। ਸੰਘ ਸੂਚੀ ਵਿੱਚ ਕਿੰਨੇ ਵਿਸ਼ੇ ਸ਼ਾਮਲ ਆ? 97। ਰਾਜ ਸੂਚੀ ਵਿੱਚ 66। ਸਮਵਰਤੀ 47। ਦੇਖੋ ਇਹ ਕੀ ਹੁੰਦੀਆਂ? ਸਟੇਟ ਲਿਸਟ, ਸੈਂਟਰ ਲਿਸਟ, ਕਨਕੂਰੈਂਟ ਲਿਸਟ। ਸਟੇਟ ਲਿਸਟ ਹੁੰਦੀ ਜਿਹਦੇ 'ਚੋਂ ਸਟੇਟ 'ਤੇ ਕਾਨੂੰਨ ਬਣਾਏ ਜਾਂਦੇ। ਸੈਂਟਰ ਲਿਸਟ 'ਚ ਸੈਂਟਰ ਕਾਨੂੰਨ ਬਣਾਉਂਦੀ ਆ। ਕਨਕੂਰੈਂਟ ਦੇ ਵਿੱਚ ਸਾਂਝੇ ਹੁੰਦੇ ਆ, ਠੀਕ ਹੈ। ਸੋ 97, 66 ਐਂਡ 47। ਸੰਘ ਸੂਚੀ ਦੇ ਕੋਈ 2 ਵਿਸ਼ੇ ਦੱਸੋ? ਰੇਲਵੇ ਤੇ ਰੱਖਿਆ, ਠੀਕ ਹੈ, ਦੋਨੋਂ। ਸਮਵਰਤੀ ਸੂਚੀ ਦਾ ਕੋਈ 1 ਵਿਸ਼ਾ ਦੱਸੋ? ਮਜ਼ਦੂਰ ਕਲਿਆਣ, ਠੀਕ ਹੈ। ਨੈਕਸਟ, ਭਾਰਤ ਵਿੱਚ ਚੇਂਜ ਕਰ ਲਿਓ 28 ਐਂਡ ਕੇਂਦਰੀ ਸ਼ਾਸਿਤ 8 ਹੈਗੇ ਨੇ। ਪੰਜਾਬ ਵਿੱਚ ਕਿਹੜੀ ਹੈ? 1 ਸਦਨੀ ਵਿਧਾਨ ਮੰਡਲ ਹੈ। ਵਿਧਾਨ ਸਭਾ ਦਾ ਮੈਂਬਰ ਬਣਨ ਲਈ 25 ਈਅਰ। ਸੰਵਿਧਾਨਕ ਸੰਕਟ ਸਮੇਂ ਰਾਜਪਾਲ ਰਾਜ ਦਾ ਮੁਖੀ ਬਣ ਜਾਂਦਾ ਆ। ਰਾਜ ਦੀ ਐਮਰਜੈਂਸੀ ਦੀ ਗੱਲ ਕੀਤੀ ਹੈ ਇੱਥੇ। ਰਾਜਪਾਲ ਆਪਣੀਆਂ ਡੈਸ਼ ਸ਼ਕਤੀਆਂ ਦੀ ਵਰਤੋਂ ਆਪਣੀ ਮਰਜ਼ੀ ਨਾਲ ਕਰ ਸਕਦਾ, ਵਿਵੇਕੀ ਸ਼ਕਤੀਆਂ ਦਾ। ਉੱਚ ਅਦਾਲਤ ਦੇ ਜੱਜ ਦੀ 62 ਸਾਲ ਤੱਕ ਉਹ ਰਹਿ ਸਕਦਾ ਹੈ। ਰਾਜਪਾਲ ਦੀ ਨਿਯੁਕਤੀ ਰਾਸ਼ਟਰਪਤੀ ਕਰਦਾ ਹੈ। ਵਿਧਾਨ ਪਰਿਸ਼ਦ ਵਿੱਚ 1/6 ਮੈਂਬਰ ਰਾਜਪਾਲ ਨਾਮਜ਼ਦ ਕਰਦਾ ਹੈ, ਨੋਮੀਨੇਟ ਕਰਦਾ ਹੈ। ਹੇਠ ਲਿਖੇ ਵਿੱਚ 2 ਸਦਨੀ ਵਿਧਾਨ ਮੰਡਲ ਹੈ। 2 ਸਦਨੀ ਕਿੱਥੇ ਆ? ਇਹਨਾਂ ਸਾਰਿਆਂ 'ਚ ਬਿਹਾਰ, ਮਹਾਰਾਸ਼ਟਰ, ਉੱਤਰ ਪ੍ਰਦੇਸ਼ ਆਪਾਂ ਕੀਤੇ ਸੀ, ਹੈ ਨਾ। ਉਸ ਤੋਂ ਬਾਅਦ ਹੇਠ ਲਿਖੇ ਰਾਜ ਵਿੱਚ 2 ਸਦਨੀ ਵਿਧਾਨ ਮੰਡਲ ਨਹੀਂ ਹੈ। ਕਿੱਥੇ ਨਹੀਂ ਹੈ? ਕਿਤਾ ਪੰਜਾਬ 'ਚ ਨਹੀਂ ਹੈ, ਇੱਕੋ ਹੈ ਤੇ 1 ਸਦਨੀ ਹੈ। ਬਾਕੀ ਝਾਰਖੰਡ, ਕਰਨਾਟਕ, ਜੰਮੂ ਕਸ਼ਮੀਰ ਇਹਨਾਂ 'ਚ ਹੈ। ਵਿਧਾਨ ਸਭਾ ਦੇ ਸਪੀਕਰ ਦੀ ਚੋਣ ਹੁੰਦੀ ਹੈ, ਕੌਣ ਕਰਦਾ? ਵਿਧਾਨ ਸਭਾ ਦੇ ਮੈਂਬਰ ਹੀ ਮਿਲ ਕੇ ਕਰਦੇ ਉਹਨਾਂ ਵਿੱਚੋਂ ਕਿਸੇ ਨੂੰ। ਹੇਠ ਲਿਖਿਆਂ ਵਿੱਚੋਂ ਕਿਹੜਾ ਕੇਂਦਰੀ ਸ਼ਾਸਿਤ ਖੇਤਰ ਨਹੀਂ ਹੈ? ਮਤਲਬ ਕਿ
ਜੋ ਯੂਨੀਅਨ ਟੈਰੀਟਰੀ ਨਹੀਂ ਹੈ। ਰਾਜਸਥਾਨ ਦਾ ਇੱਕ ਸਟੇਟ ਆ, ਤੁਹਾਨੂੰ ਪਤਾ ਨਹੀਂ ਹੈਗਾ ਹੈ। ਰਾਜ ਵਿਧਾਨ ਮੰਡਲ ਦੇ ਕਿਹੜੇ ਕਿਹੜੇ 2 ਸਦਨ ਹੁੰਦੇ ਹਨ? ਵਿਧਾਨ ਸਭਾ ਤੇ ਵਿਧਾਨ ਪਰਿਸ਼ਦ। ਰਾਜ ਵਿੱਚ ਰਾਸ਼ਟਰਪਤੀ ਸ਼ਾਸਨ ਦੇ ਦੌਰਾਨ ਰਾਜ ਦੀਆਂ ਵਿਧਾਨਿਕ ਸ਼ਕਤੀਆਂ ਕਿਸ ਕੋਲ ਹੁੰਦੀਆਂ ਹਨ? ਜੋ ਰਾਸ਼ਟਰਪਤੀ ਸ਼ਾਸਨ ਲੱਗ ਜਾਂਦਾ, ਠੀਕ ਹੈ, ਉਹ ਸੰਸਦ ਕੋਲ ਚਲ ਜਾਂਦੀਆਂ। ਸ਼ਕਤੀਆਂ ਦੀ ਵੰਡ ਦੇ ਸੰਬੰਧ ਵਿੱਚ ਹੇਠ ਲਿਖਿਆਂ ਵਿੱਚੋਂ ਕਿਹੜਾ ਕਥਨ ਸਹੀ ਹੈ? ਸੀ ਆਪਸ਼ਨ। ਸੰਘ ਸੂਚੀ ਉਹਦੇ ਵਿੱਚ 97 ਵਿਸ਼ੇ ਆ ਆਪਾਂ ਕੀਤਾ, ਰਾਜ ਸੂਚੀ 'ਚ 66 ਵਿਸ਼ੇ ਆ, ਅਤੇ ਸਮਵਰਤੀ ਵਿੱਚ 47 ਹੈਗੇ ਆ। ਠੀਕ ਕਰਕੇ ਆਏ ਆਪਾਂ ਹੁਣੇ। ਰਾਜ ਦਾ ਸੰਵਿਧਾਨਕ ਮੁਖੀ ਕੌਣ ਹੁੰਦਾ ਹੈ? ਰਾਜਪਾਲ ਹੁੰਦਾ ਹੈ। ਸੋ ਅੱਗੇ ਮੈਥ ਦਾ ਕਾਲਮ ਆ ਮੁੱਖ ਮੰਤਰੀ। ਮੁੱਖ ਮੰਤਰੀ ਰਾਜ ਸਰਕਾਰ ਦਾ ਜਿਹੜਾ ਪ੍ਰਧਾਨ ਹੁੰਦਾ ਹੈ। ਰਾਜਪਾਲ ਰਾਜ ਦਾ ਸੰਵਿਧਾਨਕ ਮੁਖੀ ਹੁੰਦਾ ਹੈ। ਪੰਜਾਬ ਇੱਥੇ 1 ਸਦਨੀ ਆ, ਬਿਹਾਰ 'ਚ 2 ਸਦਨੀ, ਮਤਲਬ ਉੱਥੇ ਦੋਨੇ ਵਿਧਾਨ ਸਭਾ ਵੀ ਆ, ਵਿਧਾਨ ਪਰਿਸ਼ਦ ਵੀ ਹੈ ਬਿਹਾਰ ਦੇ ਵਿੱਚ। ਠੀਕ ਹੈ ਜੀ, ਇਹ ਸਾਰੇ ਇੰਪੋਰਟੈਂਟ ਕੁਐਸਚਨ ਕਰ ਲਏ ਆ। ਜੇ ਵੀਡੀਓ ਪਸੰਦ ਆਈ ਲਾਈਕ ਐਂਡ ਕਮੈਂਟ ਕਰਕੇ ਦੱਸ ਦਿਆ ਕਰੋ। ਥੈਂਕਸ ਫॉर ਵਾਚਿੰਗ ਦਾ ਵੀਡੀਓ।